टॉपिक अपना ऑक्सीडेशन एंड रिडक्शन। आक्सीकरण ਅਤੇ ਲਘੂਕਰਨ। ठीक है, अपनियां ਜਿਹੜੀਆਂ ਅੱਗੇ ਕਿਰਿਆਵਾਂ ਰਹਿ ਗਈਆਂ ਸੀ ਆਕਸੀਕਰਨ ਅਤੇ ਲਘੂਕਰਨ। ਆਕਸੀਡੇਸ਼ਨ ਕਿਰਿਆ ਕੀ ਹੁੰਦੀ ਆ? ਆਕਸੀਡੇਸ਼ਨ ਐਡੀਸ਼ਨ ਆਫ ਆਕਸੀਜਨ ਜਾਂ ਰਿਮੂਵਲ ਆਫ ਹਾਈਡਰੋਜਨ। मतलब किसी भी रसायनिक क्रिया ਦੇ ਵਿੱਚ ਜੇਕਰ ਆਕਸੀਜਨ ਜੁੜਦਾ ਤੇ ਹਾਈਡਰੋਜਨ ਰਿਮੂਵ ਹੁੰਦਾ ਤਾਂ ਆਪਾਂ ਉਹਨੂੰ ਕੀ ਕਹਿੰਦੇ ਆ? ਆਕਸੀਡੇਸ਼ਨ ਰਿਐਕਸ਼ਨ। ਆਕਸੀਕਰਨ ਦਾ ਕੀ ਮਤਲਬ ਆ? ਆਕਸੀਜਨ ਦਾ ਜੁੜਨਾ ਤੇ ਹਾਈਡਰੋਜਨ ਦਾ ਰਿਮੂਵ ਹੋਣਾ। ਉਸ ਤੋਂ ਬਾਅਦ ਰਿਡਕਸ਼ਨ। ਰਿਡਕਸ਼ਨ ਦੇ ਵਿੱਚ ਜਦੋਂ ਉਲਟ ਹੋ ਜਾਊਗਾ, ਇੱਥੇ ਸੀ ਐਡੀਸ਼ਨ ਆਫ ਆਕਸੀਜਨ, ਇੱਥੇ ਕੀ ਹੋ ਜਾਊਗਾ? ਐਡੀਸ਼ਨ ਆਫ ਹਾਈਡਰੋਜਨ ਤੇ ਰਿਮੂਵਲ ਆਫ ਆਕਸੀਜਨ। ਦੋਵਾਂ ਰਿਐਕਸ਼ਨ ਦੇ ਵਿੱਚ ਧਿਆਨ ਨਾਲ ਵੇਖ ਲਓ, ਜੇ ਕੋਈ ਆਕਸੀਡੇਸ਼ਨ ਰਿਐਕਸ਼ਨ ਹੋਵੇ ਤਾਂ ਉਹਦੇ ਵਿੱਚ ਆਕਸੀਜਨ ਜੁੜ ਜਾਂਦੀ ਆ, ਹਾਈਡਰੋਜਨ ਰਿਮੂਵ। ਜੇ ਕਿਸੇ ਤੋਂ ਰਿਐਕਸ਼ਨ ਚੋਂ ਹਾਈਡਰੋਜਨ ਰਿਮੂਵ ਹੁੰਦੀ ਹੈ ਤਾਂ ਵੀ ਆਕਸੀਕਰਨ ਹੋਇਆ, ਜੇ ਕਿਸੇ ਦੇ ਵਿੱਚ ਆਕਸੀਜਨ ਜੁੜਦੀ ਆ ਤਾਂ ਵੀ ਆਕਸੀਕਰਨ ਹੋਇਆ। ਠੀਕ ਹੈ, ਆਕਸੀਡੇਸ਼ਨ ਦਾ ਮਤਲਬ ਕੀ ਹੈ? ਜੇ ਕਿਸੇ ਰਿਐਕਸ਼ਨ ਦੇ ਵਿੱਚ ਆਕਸੀਜਨ ਜੁੜ ਰਹੀ ਹੈ ਤਾਂ ਵੀ ਉਹਦਾ ਆਕਸੀਡੇਸ਼ਨ ਹੋ ਰਿਹਾ, ਜੇ ਹਾਈਡਰੋਜਨ ਮਤਲਬ ਰਿਮੂਵ ਹੋ ਰਹੀ ਹੈ ਤਾਂ ਵੀ ਆਕਸੀਡੇਸ਼ਨ ਹੋ ਰਿਹਾ। ਇਹਦਾ ਰਿਡਕਸ਼ਨ ਦੇ ਵਿੱਚ ਹਾਈਡਰੋਜਨ ਜੁੜਦਾ ਤੇ ਆਕਸੀਜਨ ਰਿਮੂਵ ਹੁੰਦਾ। ठीक है जी, एग्जांपल देखो ऑक्सीडेशन दी। ऑक्सीडेशन दी एग्जांपल कॉपर प्लस ऑक्सीजन गिव्स कॉपर ऑक्साइड। ठीक है, हुण देखो कॉपर दे विच आपां ऑक्सीजन जोड़दा तो की बन गया? कॉपर ऑक्साइड। मतलब कॉपर नूं की मिल गई? ऑक्सीजन। जे कॉपर नूं ऑक्सीजन मिल गई तो ये कॉपर दा की हो गया? ऑक्सीकरण। कॉपर दा की हो गया? ऑक्सीकरण। इस तरह ਜੇ ਹੋਰ ਐਗਜ਼ਾਮਪਲ ਹੈ, ਜਿਵੇਂ ਆਪਾਂ ਕਾਪਰ ਆਕਸਾਈਡ ਦੇ ਵਿੱਚ ਹਾਈਡਰੋਜਨ ਜੋੜ ਦਈਏ, ਕਾਪਰ ਦੇ ਵਿੱਚ ਹਾਈਡਰੋਜਨ ਜੋੜ ਦਈਏ ਤਾਂ ਇਹ ਬਣ ਜਾਂਦਾ ਕਾਪਰ ਪਲੱਸ ਵਾਟਰ। ਠੀਕ ਹੈ, ਕੀ ਬਣ ਜਾਂਦਾ? ਕਾਪਰ ਪਲੱਸ ਵਾਟਰ। ਹੁਣ ਇੱਥੇ ਦੇਖੋ, ਜਿਹੜੀ ਕਾਪਰ ਸੀ ਇਹਦੇ ਕੋਲ ਪਹਿਲਾਂ ਕੀ ਸੀਗਾ? ਆਕਸੀਜਨ। ਹੁਣ ਇਹਦੀ ਆਕਸੀਜਨ ਕੀ ਹੋ ਗਈ? ਰਿਮੂਵ। ਜਿਹਦੀ ਆਕਸੀਜਨ ਰਿਮੂਵ ਹੋ ਜਾਵੇ ਉਹਦਾ ਕੀ ਹੋ ਜਾਂਦਾ? ਰਿਡਕਸ਼ਨ। ठीक है, पहला ऑक्सीजन ਇਹਦੇ ਚ ਜੁੜੀ ਸੀਗੀ ਕਾਪਰ ਦੇ ਵਿੱਚ, ਉਦੋਂ ਕੀ ਹੋਈ ਸੀ? ਇਹਦਾ ਆਕਸੀਕਰਨ। ਤਾਂ ਹੁਣ ਇਹਦਾ ਕੀ ਹੋ ਗਿਆ? ਲਘੂਕਰਨ ਹੋ ਗਿਆ। ਤੇ ਪਰ H2 ਦਾ ਕੀ ਹੋ ਗਿਆ? ਆਕਸੀਕਰਨ, ਕਿਉਂਕਿ ਹਾਈਡਰੋਜਨ ਨੂੰ ਕੀ ਮਿਲ ਗਿਆ? ਆਕਸੀਜਨ। ਠੀਕ ਹੈ, ਤਾਂ ਇਹ ਆਪਣੀਆਂ ਦੋ ਰਿਐਕਸ਼ਨਾਂ। ਪਹਿਲੀ ਆਪਾਂ ਰਿਐਕਸ਼ਨ ਕੀਤੀ ਆਕਸੀਕਰਨ ਵਾਲੀ, ਆ ਹੈਗੀ ਆ ਲਘੂਕਰਨ ਵਾਲੀ। ਇਹ ਰਿਐਕਸ਼ਨ ਲਘੂਕਰਨ ਵਾਲੀ ਨਹੀਂ, ਨਾਲ ਹੀ ਨਾਲ ਇਹ ਤੋਂ ਆਕਸੀਕਰਨ ਵੀ ਹੁੰਦਾ। ਇਹੋ ਜਿਹੀਆਂ ਰਿਐਕਸ਼ਨਸ ਹੁਣ ਇਸ ਧਿਆਨ ਨਾਲ ਵੇਖੋ, ਜਿਹੜਾ CuO ਆ, ਇਹ ਤੋਂ ਕੱਲਾ ਕੀ ਰਹਿ ਗਿਆ? ਕਾਪਰ। ਕਿਉਂ? ਇਹਦਾ ਕੀ ਮਤਲਬ ਆ ਕਿ ਕਾਪਰ ਆਕਸਾਈਡ ਤੋਂ ਕੱਲਾ ਕੀ ਬਣ ਗਿਆ? ਕਾਪਰ। ਮਤਲਬ ਕਾਪਰ ਦੇ ਨਾਲ ਪਹਿਲਾਂ ਆਕਸੀਜਨ ਲੱਗੀ ਹੋਈ ਸੀ, ਹੁਣ ਇਹਦੀ ਆਕਸੀਜਨ ਉਤਰ ਗਈ ਹੈ, ਕੱਲਾ ਕਾਪਰ ਰਹਿ ਗਿਆ। ਤਾਂ ਇਹਦਾ ਮਤਲਬ ਕੀ ਹੋ ਗਿਆ? ਰਿਮੂਵਲ ਆਫ ਆਕਸੀਜਨ। ਰਿਮੂਵਲ ਆਫ ਆਕਸੀਜਨ ਕੀ ਹੁੰਦਾ? ਰਿਡਕਸ਼ਨ। ਤਾਂ ਇਹਦਾ ਮਤਲਬ ਕਾਪਰ ਆਕਸਾਈਡ ਦੀ ਕੀ ਹੋ ਗਈ? ਰਿਡਕਸ਼ਨ ਹੋ ਗਈ। ਠੀਕ ਹੈ, ਪਰ ਜਿਹੜਾ ਹਾਈਡਰੋਜਨ ਸੀਗਾ ਇਹਨੂੰ ਤਾਂ ਆਕਸੀਜਨ ਮਿਲ ਗਈ, ਤਾਂ ਇਹਦਾ ਮਤਲਬ ਇਹਦੀ ਕੀ ਹੋ ਗਈ? ਹਾਈਡਰੋਜਨ ਨੂੰ ਆਕਸੀਜਨ ਮਿਲ ਗਈ ਤੇ ਇਹਦਾ ਕੀ ਹੋ ਗਿਆ? ਆਕਸੀਕਰਨ ਜਾਂ ਆਕਸੀਡੇਸ਼ਨ। ਤਾਂ ਹੁਣ ਤੁਸੀਂ ਵੇਖੋ, ਇੱਕੋ ਹੀ ਰਿਐਕਸ਼ਨ ਦੇ ਵਿੱਚ ਆਕਸੀਡੇਸ਼ਨ ਵੀ ਹੋ ਗਈ ਤੇ ਰਿਡਕਸ਼ਨ ਵੀ ਹੋ ਗਈ। ਜੇ ਇੱਕ ਹੀ ਰਿਐਕਸ਼ਨ ਦੇ ਵਿੱਚ ਆਕਸੀਡੇਸ਼ਨ ਵੀ ਹੋ ਜਾਵੇ ਤੇ ਰਿਡਕਸ਼ਨ ਵੀ ਹੋ ਜਾਵੇ ਤਾਂ ਇਹਨੂੰ ਆਪਾਂ ਕਹਿੰਦੇ ਆ ਰਿਡੌਕਸ ਰਿਐਕਸ਼ਨ। ਰਿਡੌਕਸ ਰਿਐਕਸ਼ਨ। ਰੈਡ ਦਾ ਮਤਲਬ ਰਿਡਕਸ਼ਨ, ऑक्स का मतलब ऑक्सीडेशन। ठीक है, इतों पता लग गया कि एक ही रिएक्शन दे विच ऑक्सीडेशन ते रिडक्शन दोनों हो सकदियां। तो इहो जी रिएक्शन नूं आपां कहने आ रिडॉक्स रिएक्शन। रेड का मतलब रिडक्शन, ऑक्स का मतलब ऑक्सीडेशन। तो दोबारा फिर सुन लो, ऑक्सीडेशन का मतलब की हुंदा? एडिशन ऑफ ऑक्सीजन। किसी चीज़ दे विच ऑक्सीजन जुड़ रही है तो ਉਹਦਾ ਆਕਸੀਕਰਨ ਹੋ ਗਿਆ, ਜੇ ਕਿਸੇ ਤੋਂ ਆਕਸੀਜਨ ਰਿਮੂਵ ਹੋਈ ਤਾਂ ਉਹਦਾ ਲਘੂਕਰਨ ਹੋ ਗਿਆ। ਜੇ ਕਿਸੇ ਦੇ ਵਿੱਚ ਹਾਈਡਰੋਜਨ ਜੁੜ ਰਹੀ ਆ ਤਾਂ ਉਹਦਾ ਲਘੂਕਰਨ ਹੋ ਗਿਆ ਜਾਂ ਰਿਡਕਸ਼ਨ ਹੋ ਗਈ, ਤੇ ਜੇ ਹਾਈਡਰੋਜਨ ਰਿਮੂਵ ਹੋ ਰਹੀ ਹੈ ਤਾਂ ਉਹਦਾ ਆਕਸੀਡੇਸ਼ਨ ਹੋ ਗਿਆ, ਉਹਦੀ ਆਕਸੀਕਰਨ ਹੋ ਗਈ। ਆਕਸੀਡਾਈਜ਼ਿੰਗ ਏਜੰਟ ਤੇ ਰਿਡਿਊਸਿੰਗ ਏਜੰਟ।
ਆਕਸੀਡਾਈਜ਼ਿੰਗ ਏਜੰਟ ਤੇ ਰਿਡਿਊਸਿੰਗ ਏਜੰਟ, ਆਕਸੀ ਕਾਰਕ ਤੇ ਲਘੂ ਕਾਰਕ। ਇਹਨਾਂ ਨੂੰ ਆਪਾਂ ਕਹਿੰਦੇ ਆਕਸੀ ਕਾਰਕ, ਇਹਨਾਂ ਨੂੰ ਕਹਿੰਦੇ ਆ ਲਘੂ ਕਾਰਕ। ਆਕਸੀ ਕਾਰਕ ਤੇ ਲਘੂ ਕਾਰਕ, ਆਕਸੀਡਾਈਜ਼ਿੰਗ ਏਜੰਟ ਤੇ ਰਿਡਿਊਸਿੰਗ ਏਜੰਟ। ਆਕਸੀਡਾਈਜ਼ਿੰਗ ਏਜੰਟ ਉਹ ਵਾਲੇ ਏਜੰਟ ਹੁੰਦੇ ਆ ਜਾਂ ਉਹ ਸਬਸਟੈਂਸ ਹੁੰਦੇ ਜਿਹੜੇ ਆਕਸੀਡੇਸ਼ਨ ਦੇ ਵਿੱਚ ਹੈਲਪ ਕਰਦੇ। ਠੀਕ, ਆਕਸੀਡਾਈਜ਼ਿੰਗ ਏਜੰਟ ਉਹ ਹੁੰਦੇ ਜਿਹੜੇ ਆਕਸੀਡੇਸ਼ਨ ਦੇ ਵਿੱਚ ਹੈਲਪ ਕਰਦੇ ਆ। ਰਿਡਿਊਸਿੰਗ ਏਜੰਟ ਉਹ ਹੁੰਦੇ ਜਿਹੜੇ ਰਿਡਕਸ਼ਨ ਦੇ ਵਿੱਚ ਹੈਲਪ ਕਰਦੇ ਆ। ਪਰ ਜਿਹੜੇ ਆਕਸੀਡਾਈਜ਼ਿੰਗ ਏਜੰਟ ਉਹ ਹੁੰਦੇ ਜਿਹੜੇ ਆਕਸੀਡੇਸ਼ਨ ਦੇ ਵਿੱਚ ਹੈਲਪ ਕਰਦੇ। ਹੁਣ ਆਕਸੀਡੇਸ਼ਨ ਵੇਖੋ, ਇਹਦੇ ਵਿੱਚ ਹਾਈਡਰੋਜਨ ਦੀ ਆਕਸੀਡੇਸ਼ਨ ਹੋਈ ਆ। ਠੀਕ ਹੈ, ਇਸ ਰਿਐਕਸ਼ਨ ਦੇ ਵਿੱਚ ਕਿਹਦੀ ਆਕਸੀਡੇਸ਼ਨ ਹੋਈ ਆ? ਹਾਈਡਰੋਜਨ ਦੀ ਆਕਸੀਡੇਸ਼ਨ ਹੋਈ, ਕਿਉਂਕਿ ਹਾਈਡਰੋਜਨ ਨੂੰ ਕੀ ਮਿਲ ਗਿਆ? ਆਕਸੀਜਨ ਮਿਲੀ ਕਿੱਥੋਂ? CuO ਤੋਂ, ਕਾਪਰ ਆਕਸਾਈਡ ਤੋਂ। ਇਹਦਾ ਮਤਲਬ ਕਾਪਰ ਆਕਸਾਈਡ ਨੇ ਕਿਹਦੀ ਹੈਲਪ ਕੀਤੀ? ਹਾਈਡਰੋਜਨ ਦੀ ਆਕਸੀਡੇਸ਼ਨ ਕਰਵਾਉਣ ਵਾਸਤੇ। ਇਸ ਕਰਕੇ ਜਿਹੜਾ ਕਾਪਰ ਆਕਸਾਈਡ ਉਹ ਕੀ ਹੋ ਗਿਆ? ਆਕਸੀਡਾਈਜ਼ਿੰਗ ਏਜੰਟ। ਜਿਹੜਾ ਆਕਸੀਡਾਈਜ਼ਿੰਗ ਏਜੰਟ ਆ ਕਾਪਰ ਆਕਸਾਈਡ, ਆਕਸੀਡਾਈਜ਼ਿੰਗ ਏਜੰਟ। ਠੀਕ ਹੈ, ਇਹਨੇ ਕਾਹਦੇ ਵਿੱਚ ਹੈਲਪ ਕੀਤੀ ਆ? ਇਹਦੀ ਆਕਸੀਡੇਸ਼ਨ ਕਰਾਉਣ ਵਾਸਤੇ। ਪਰ ਆਪਦੀ ਇਹਦੀ ਆਕਸੀਜਨ ਰਿਮੂਵ ਹੋ ਗਈ, ਇਹਦਾ ਮਤਲਬ ਆਪਦੀ ਇਹਦੀ ਕੀ ਹੋ ਜਾਂਦੀ ਹੈ? ਰਿਡਕਸ਼ਨ। ਮਤਲਬ ਜਿਹੜਾ ਆਕਸੀਡਾਈਜ਼ਿੰਗ ਏਜੰਟ ਹੁੰਦਾ ਉਹਦੀ ਉਹ ਆਕਸੀਡੇਸ਼ਨ ਦੇ ਵਿੱਚ ਹੈਲਪ ਕਰਦਾ, ਪਰ ਆਪਦੀ ਉਹਦੀ ਆਕਸੀਡੇਸ਼ਨ ਨਹੀਂ ਹੁੰਦੀ, ਆਪਦੀ ਉਹਦੀ ਰਿਡਕਸ਼ਨ ਹੋ ਜਾਂਦੀ ਹੈ। ਇਸ ਤਰ੍ਹਾਂ ਜਿਵੇਂ H2 ਇਹਦੇ ਵਿੱਚ ਕੀ ਆ? ਇੱਥੇ ਇਕੱਲਾ ਆਪਣੇ ਕੋਲੇ ਕਾਪਰ ਆਕਸਾਈਡ ਸੀਗਾ। ਠੀਕ ਹੈ, H2 ਆਕਸੀਜਨ ਇਹਦੇ ਕੋਲ ਆਈ। ਠੀਕ ਹੈ, H2 ਦੇ ਕੋਲ, ਤਾਂ ਇਹਦਾ ਮਤਲਬ ਆ ਆਕਸੀਡਾਈਜ਼ਿੰਗ ਏਜੰਟ ਸੀ ਤੇ ਇਹ ਕੀ ਹੋ ਜਾਊਗਾ? ਰਿਡਿਊਸਿੰਗ ਏਜੰਟ। ਕਿਉਂਕਿ ਜਿਹੜਾ H2 ਆ ਇਹਦੀ ਆਕਸੀਡੇਸ਼ਨ ਦੇ ਵਿੱਚ ਹੈਲਪ ਕੀਤੀ ਆ CuO ਨੇ, ਤੇ CuO ਦੀ ਰਿਡਕਸ਼ਨ ਦੇ ਵਿੱਚ ਹੈਲਪ ਕੀਤੀ ਆ H2 ਨੇ। ਕਿਉਂਕਿ H2 ਨੇ ਆਕਸੀਜਨ ਇਹ ਤੋਂ ਲੈ ਲਿਆ ਤਾਂ ਇਹਦੀ ਕੀ ਹੋ ਗਈ? ਆਕਸੀਡੇਸ਼ਨ। ਤਾਂ ਇਹਦਾ ਮਤਲਬ ਇਹਨੇ ਇਹਦੀ ਰਿਡਕਸ਼ਨ ਦੇ ਵਿੱਚ ਹੈਲਪ ਕੀਤੀ, ਇਹਦੀ ਆਕਸੀਜਨ ਰਿਮੂਵ ਕਰਨ ਦੇ ਵਿੱਚ ਹੈਲਪ ਕੀਤੀ ਆ। ਤੇ ਮਤਲਬ ਜਿਹੜਾ ਆਕਸੀਡਾਈਜ਼ਿੰਗ ਏਜੰਟ ਹੁੰਦਾ ਉਹਦੀ ਖੁਦ ਦੀ ਰਿਡਕਸ਼ਨ ਹੋ ਜਾਂਦੀ ਹੈ, ਜਿਹੜਾ ਰਿਡਿਊਸਿੰਗ ਏਜੰਟ ਹੁੰਦਾ ਉਹਦੀ ਖੁਦ ਦੀ ਆਕਸੀਡੇਸ਼ਨ ਹੋ ਜਾਂਦੀ ਹੈ। ਆਕਸੀਡਾਈਜ਼ਿੰਗ ਏਜੰਟ ਆਕਸੀਡੇਸ਼ਨ ਦੇ ਵਿੱਚ ਹੈਲਪ ਕਰਦਾ, ਰਿਡਿਊਸਿੰਗ ਏਜੰਟ ਰਿਡਕਸ਼ਨ ਦੇ ਵਿੱਚ ਹੈਲਪ ਕਰਦਾ। ਇਸ ਤੋਂ ਬਾਅਦ ਆਪਾਂ ਪੜ੍ਹਨਾ ਇਫੈਕਟ ਆਫ ਆਕਸੀਡੇਸ਼ਨ ਇਨ ਡੇਲੀ ਲਾਈਫ। ਇਹਦਾ ਕੀ ਮਤਲਬ ਆ ਕਿ ਜਿਹੜੀ ਆਕਸੀਡੇਸ਼ਨ ਆ, ਆਕਸੀਡੇਸ਼ਨ ਦਾ ਮਤਲਬ ਐਡੀਸ਼ਨ ਆਫ ਆਕਸੀਜਨ। ਐਡੀਸ਼ਨ ਆਫ ਆਕਸੀਜਨ ਆਪਣੀ ਡੇਲੀ ਲਾਈਫ ਦੇ ਵਿੱਚ ਕਿਹੜੇ ਇਫੈਕਟ ਮਤਲਬ ਪਾਉਂਦੀ ਆ? ਬਹੁਤ ਸਾਰੇ ਇਫੈਕਟ ਹੁੰਦੇ ਆ ਆਕਸੀਡੇਸ਼ਨ ਦੇ, ਪਰ ਆਪਾਂ ਜਿਹੜੀ ਸਿਲੇਬਸ ਦੇ ਵਿੱਚ ਆ ਦੋ ਆ। ਪਹਿਲਾ ਹੈਗਾ ਕਰੋਜਨ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਖੋਰਨ, ਤੇ ਦੂਜਾ ਹੈਗਾ ਰੈਂਸੀਡਿਟੀ, ਜਿਹਨੂੰ ਆਪਾਂ ਕਹਿੰਦੇ ਆ ਦੁਰਗੰਧਤਾ। ਪਹਿਲਾਂ ਆਪਾਂ ਪੜਾਂਗੇ ਖੋਰਨ, ਕਰੋਜ਼ਨ। ਕਰੋਜ਼ਨ ਦਾ ਕੀ ਮਤਲਬ ਆ? ਜਿਵੇਂ ਤੁਸੀਂ ਸਾਰਿਆਂ ਨੇ ਸੁਣਿਆ ਕਿ ਜਿਵੇਂ ਆਪਾਂ ਆਇਰਨ ਨੂੰ ਬਾਹਰ ਖੁੱਲੇ ਦੇ ਵਿੱਚ ਰੱਖ ਦਈਏ ਤਾਂ ਉਹਨੂੰ ਜੰਗ ਲੱਗ ਜਾਂਦਾ, ਜੰਗਾਲ ਲੱਗ ਜਾਂਦਾ, ਜਾਂ ਉਹਨੂੰ ਰਸਟ ਲੱਗ ਜਾਂਦੀ ਹੈ। ਮਤਲਬ ਉਸਦੇ ਉੱਤੇ ਇੱਕ ਬਰਾਊਨ ਕਲਰ ਦੀ ਲੇਅਰ ਜੰਮ ਜਾਂਦੀ ਆ। ਤਾਂ ਉਹ ਕਿਹਦੇ ਕਰਕੇ ਹੁੰਦਾ? ਆਕਸੀਜਨ ਨਾਲ ਰਿਐਕਟ ਕਰਦੀ ਆ, ਆਇਰਨ ਆਕਸੀਜਨ ਨਾਲ ਰਿਐਕਟ ਕਰਦੀ ਹੈ ਤੇ ਨਾਲ ਹੀ ਨਾਲ ਮੋਇਸਚਰ ਨਾਲ ਰਿਐਕਟ ਕਰਦੀ ਹੈ, ਤਾਂ ਉਹਨੂੰ ਹੌਲੀ ਹੌਲੀ ਖਰਾਬ ਹੋ ਕੇ ਰਸਟ ਲੱਗਣਾ ਸ਼ੁਰੂ ਹੋ ਜਾਂਦਾ। ਉਹਨੂੰ ਆਪਾਂ ਕਹਿੰਦੇ ਆ ਰਸਟਿੰਗ ਆਫ ਆਇਰਨ। ਰਸਟਿੰਗ ਆਫ ਆਇਰਨ ਮਤਲਬ ਸਲੋਲੀ ਈਟਿੰਗ ਅਵੇ ਆਫ ਆਇਰਨ ਮੈਟਲ। ਆਇਰਨ ਮੈਟਲ ਜੇ ਹੌਲੀ ਹੌਲੀ ਖਰਾਬ ਹੋਣੀ ਸ਼ੁਰੂ ਹੋ ਜਾਵੇ ਤਾਂ ਉਹਨੂੰ ਆਪਾਂ ਕਹਿੰਦੇ ਆ ਰਸਟਿੰਗ ਆਫ ਆਇਰਨ। ਇਸ ਤਰ੍ਹਾਂ ਸਾਰੀਆਂ ਹੀ ਮੈਟਲਸ ਖਰਾਬ ਹੁੰਦੀਆਂ। ਕੁਝ ਮੈਟਲਸ ਜਿਵੇਂ ਸਿਲਵਰ ਆ ਉਹ ਬਲੈਕ ਕਲਰ ਦੀ ਹੋਣੀ ਸ਼ੁਰੂ ਹੋ ਜਾਂਦੀ ਆ, ਕਾਪਰ ਉਹ ਗ੍ਰੀਨ ਕਲਰ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ। ਮਤਲਬ ਸਾਰੀਆਂ ਮੈਟਲ ਦੇ ਉੱਤੇ ਹੀ ਮਤਲਬ ਆਕਸੀਡੇਸ਼ਨ ਦਾ ਅਸਰ ਪੈਂਦਾ, ਆਕਸੀਜਨ ਦਾ ਅਸਰ ਪੈਂਦਾ। ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਹੌਲੀ ਹੌਲੀ ਉਹ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤਾਂ ਜਿਵੇਂ ਆਇਰਨ ਨੂੰ ਰਸਟ ਲੱਗ ਜਾਂਦੀ ਆ ਤਾਂ ਉਹ ਵੀ ਹੌਲੀ ਹੌਲੀ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ। ਹੌਲੀ ਹੌਲੀ ਈਟਿੰਗ ਅਵੇ, ਸਲੋਲੀ ਈਟਿੰਗ ਅਵੇ ਆਫ ਆਲ ਮੈਟਲਸ ਕਾਲਡ ਕਰੋਜਨ। ਤਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਕਰੋਜਨ। ਕਰੋਜਨ ਨੂੰ ਪ੍ਰੀਵੈਂਟ ਕਰਨ ਦੇ ਬਹੁਤ ਸਾਰੇ ਤਰੀਕੇ ਆ, ਜਿਵੇਂ ਆਪਾਂ ਇਹਨੂੰ ਗਰੀਸ ਲਗਾ ਸਕਦੇ ਹਾਂ, ਆਇਲ ਲਗਾ ਸਕਦੇ ਹਾਂ, ਠੀਕ ਹੈ, ਪੇਂਟ ਕਰ ਸਕਦੇ ਹਾਂ, ਤਾਂ ਇਲੈਕਟ੍ਰੋਪਲੇਟਿੰਗ ਕਰ ਸਕਦੇ ਹਾਂ। ਇਹ ਆਪਾਂ ਡਿਟੇਲ ਦੇ ਵਿੱਚ ਨੈਕਸਟ ਚੈਪਟਰ ਦੇ ਵਿੱਚ ਪੜਾਂਗੇ। ਹੁਣ ਨੈਕਸਟ ਟੌਪਿਕ ਹੈਗਾ ਰੈਂਸੀਡਿਟੀ।
ਰੈਂਸਿਡਿਟੀ ਫੂਡ ਨਾਲ ਰਿਲੇਟਡ ਆ ਕਿ ਬਹੁਤ ਸਾਰੇ ਫੂਡ ਆ ਜਿਵੇਂ ਮੰਨ ਲਓ ਅੰਬ ਦਾ ਅਚਾਰ ਆ ਜਿਹਨੂੰ ਆਪਾਂ ਓਪਨ ਦੇ ਵਿੱਚ ਅੰਬ ਨੂੰ ਉਵੇਂ ਹੀ ਰੱਖ ਦਈਏ, ਜੇ ਉਹਦੇ ਵਿੱਚ ਕੋਈ ਚੀਜ਼ ਆਇਲ ਵਗੈਰਾ ਨਾ ਐਡ ਕਰੀਏ ਜਿਵੇਂ ਸਿਰਕਾ ਉਹਦੇ ਵਿੱਚ ਨਾ ਐਡ ਕਰੀਏ ਤਾਂ ਉਹਦੀ ਹੌਲੀ ਹੌਲੀ ਆਕਸੀਡੇਸ਼ਨ ਹੋਊਗੀ ਤਾਂ ਆਕਸੀਡੇਸ਼ਨ ਨਾਲ ਉਹ ਸਾਰਾ ਖਰਾਬ ਹੋ ਜਾਊਗਾ। ਇਸ ਤਰ੍ਹਾਂ ਆਪਾਂ ਪੈਕੇਟਸ ਦੇਖਦੇ ਹਾਂ ਕਈ ਜਿਵੇਂ ਲੇਜ਼ ਦੇ ਪੈਕੇਟ ਕੁਰਕਰੇ ਉਹਨਾਂ ਦੇ ਵਿੱਚ ਉਹ ਵੀ ਜੇ ਮੰਨ ਲਓ ਉਹਨਾਂ ਦੇ ਵਿੱਚ ਉਹਨਾਂ ਨੂੰ ਬਾਹਰ ਥੋੜਾ ਓਪਨ ਦੇ ਵਿੱਚ ਰੱਖਦੇ ਆ ਤਾਂ ਉਹ ਵੀ ਥੋੜੇ ਟਾਈਮ ਬਾਅਦ ਆਕਸੀਜਨ ਦੀ ਵਜ੍ਹਾ ਦੇ ਕਰਕੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ, ਆਕਸੀਡੇਸ਼ਨ ਉਹਨਾਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਉਹਨਾਂ ਦੀ ਆਕਸੀਡੇਸ਼ਨ ਜਦੋਂ ਕੋਈ ਫੂਡ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਖਰਾਬ ਹੋ ਜਾਂਦਾ ਤਾਂ ਉਸ ਪ੍ਰੋਪਰਟੀ ਨੂੰ ਆਪਾਂ ਕਹਿੰਦੇ ਆ ਰੈਂਸਿਡਿਟੀ। ਠੀਕ ਹੈ, ਇਸ ਪ੍ਰੋਪਰਟੀ ਨੂੰ ਆਪਾਂ ਕਹਿੰਦੇ ਆ ਰੈਂਸਿਡਿਟੀ ਜਾਂ ਦੁਰਗੰਧਤਾ। ਤਾਂ ਇਹਨੂੰ ਪ੍ਰੀਵੈਂਟ ਕਰਨ ਵਾਸਤੇ ਜਿਹੜੇ ਆਪਣੇ ਪੈਕੇਟ ਆਉਂਦੇ ਆ ਕੁਰਕਰੇ ਦੇ ਜਾਂ ਪੈਕੇਟ ਆਉਂਦੇ ਆ ਕੋਈ ਵੀ ਇਹੋ ਜਿਹੇ ਪੈਕੇਟ ਹੁੰਦੇ ਉਹਨਾਂ ਵਿੱਚ ਨਾਈਟ੍ਰੋਜਨ ਗੈਸ ਜਿਹੜੀ ਉਹ ਫਿਲ ਕੀਤੀ ਹੁੰਦੀ ਆ ਤਾਂ ਕਿ ਉਹਦੀ ਆਕਸੀਡੇਸ਼ਨ ਨਾ ਹੋ ਸਕੇ। ਠੀਕ ਹੈ, ਇਹਦੇ ਨਾਲ ਹੀ ਆਪਾਂ ਇਹ ਪੜ੍ਹਿਆ ਕਿ ਇਫੈਕਟ ਆਫ ਆਕਸੀਡੇਸ਼ਨ ਇਨ ਡੇਲੀ ਲਾਈਫ। ਇਹਦੇ ਨਾਲ ਹੀ ਆਪਣਾ ਚੈਪਟਰ ਸਾਰਾ ਖਤਮ ਹੁੰਦਾ। ਆਪਾਂ ਇਸ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਪੜ੍ਹਿਆ ਕਿ ਕੈਮੀਕਲ ਰਿਐਕਸ਼ਨਸ ਕੀ ਹੁੰਦੀਆਂ, ਉਹਨਾਂ ਨੂੰ ਆਪਾਂ ਇਕੁਏਸ਼ਨ ਦੀ ਫਾਰਮ ਦੇ ਵਿੱਚ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਆ, ਉਹਨੂੰ ਆਪਾਂ ਵਰਡ ਇਕੁਏਸ਼ਨ ਕਿਵੇਂ ਲਿਖ ਸਕਦੇ ਆ, ਫਿਰ ਉਹਨੂੰ ਸਿੰਬੋਲਿਕ ਫਾਰਮ ਦੇ ਵਿੱਚ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਆ। ਉਸ ਤੋਂ ਬਾਅਦ ਆਪਾਂ ਪੜ੍ਹਿਆ ਟਾਈਪਸ ਆਫ ਰਿਐਕਸ਼ਨਸ। ਟਾਈਪਸ ਆਫ ਰਿਐਕਸ਼ਨ ਦੇ ਵਿੱਚ ਕੰਬੀਨੇਸ਼ਨ ਰਿਐਕਸ਼ਨ ਪੜ੍ਹੀ, ਕੰਬੀਨੇਸ਼ਨ ਰਿਐਕਸ਼ਨ ਤੋਂ ਬਾਅਦ ਡੀਕੰਪੋਜੀਸ਼ਨ ਰਿਐਕਸ਼ਨ ਪੜ੍ਹੀ, ਫਿਰ ਡਿਸਪਲੇਸਮੈਂਟ, ਡਬਲ ਡਿਸਪਲੇਸਮੈਂਟ, ਆਕਸੀਡੇਸ਼ਨ, ਰਿਡਕਸ਼ਨ ਤੇ ਇਫੈਕਟ ਆਫ ਆਕਸੀਡੇਸ਼ਨ ਇਨ ਡੇਲੀ ਲਾਈਫ। ਇਹਦੇ ਨਾਲ ਹੀ ਬੇਟਾ ਇਹ ਚੈਪਟਰ ਆਪਣਾ NCERT ਦੇ ਬੁੱਕ ਦੇ ਹਿਸਾਬ ਨਾਲ ਖਤਮ ਹੁੰਦਾ ਇੱਕ ਵਾਰ। ਜੇ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਦੱਸ ਸਕਦੇ ਆ, ਅਸੀਂ ਇਹਦੀ ਐਕਸਰਸਾਈਜ਼ ਵੀ ਤੁਹਾਨੂੰ ਇੰਪੋਰਟੈਂਟ ਕੁਐਸਚਨ ਜ਼ਰੂਰ ਦੱਸਾਂਗੇ। ਥੈਂਕ ਯੂ ਬੇਟਾ।